पातशाह गरीब नवाज दीन दुनिया दे मालिक चबर छतर तखत दे मालिक समरथ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख सबरूप सच्चे पातशाह ਧੰਨ ਧੰਨ श्री गुरु ग्रंथ साहिब जी महाराज। ਧੰਨ ਧੰਨ श्री गुरु ग्रंथ साहिब जी महाराज। बड़े ही प्रेम दे नाल सब सिख संगत दोवें हाथ जोड़ के उचारण करो धੰन धੰन श्री गुरु ग्रंथ साहिब जी महाराज। ਧੰਨ ਧੰਨ श्री गुरु ग्रंथ साहिब जी महाराज। सतगुरु सच्चे पातशाह महाराज जी दी पावन पवित्र हाजरी विखे सुभाएमान गुरु का खास रूप गुरु खालसा साध संगत जीओ आप जी बड़े प्यार दे नाल ਸੰਧਿਆ ਦੇ ਸਮੇਂ ਸਤਿਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਜੁੜ ਕੇ ਬੈਠੇ ਹੋ। ਮਾਲਕ ਸੱਚੇ ਪਾਤਸ਼ਾਹ ਜੀ ਦੀ ਧੁਰ ਕੀ ਬਾਣੀ ਦਾ ਕੀਰਤਨ ਆਪ ਜੀ ਨੇ ਭਾਈ ਸਾਹਿਬ ਜੀ ਦੇ ਕੋਲੋਂ ਸਰਵਣ ਕੀਤਾ। ਆਓ ਬੜੇ ਪਿਆਰ ਦੇ ਨਾਲ ਸਾਧ ਸੰਗਤ ਜੀ ਗੱਜ ਕੇ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਧ ਸੰਗਤ ਜੀ ਖਾਲਸਾ ਰਾਜ ਕਾਇਮ ਕਰਨ ਵਾਲੇ ਬੇਤਾਜ ਬਾਦਸ਼ਾਹ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਉਹ ਸ਼ਖਸੀਅਤ ਜਿਨ੍ਹਾਂ ਦਾ ਜੀਵਨ ਸੁਣ ਕੇ ਪੜ੍ਹ ਕੇ ਵਿਚਾਰ ਕੇ ਇਹ ਗੱਲ ਦਾ ਪਤਾ ਲੱਗਦਾ ਹੈ ਵੀ ਸਤਿਗੁਰੂ ਦੀ ਕਿਰਪਾ ਹੋਵੇ ਤੇ ਇੱਕ ਸਿੰਘ ਹੋਵੇ ਤੇ ਨਾਲ ਉਹਦੇ 5 ਸਾਥੀ ਹੋਣ ਤੇ ਸਾਧ ਸੰਗਤ ਜੀ ਉਹ ਖਾਲਸਾ ਰਾਜ ਕਾਇਮ ਕਰ ਸਕਦਾ ਹੈ। ਅੱਜ ਉਸ ਸ਼ਖਸੀਅਤ ਜਿਸ ਨੂੰ ਕਿ ਸਾਰਾ ਖਾਲਸਾ ਪੰਥ ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿ ਕੇ ਯਾਦ ਕਰਦੇ ਨੇ, ਉਹਨਾਂ ਦਾ ਅੱਜ ਸ਼ਹੀਦੀ ਦਿਨ ਹੈ। 8 ਸਾਲ ਸਾਧ ਸੰਗਤ ਜੀ ਖਾਲਸਾ ਰਾਜ ਕਾਇਮ ਰੱਖਿਆ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਦਾ 10ਵੇਂ ਪਾਤਸ਼ਾਹ ਦੇ ਨਾਮ ਦਾ ਜਿੰਨਾ ਸਿੱਕਾ ਚਲਾਇਆ ਮੇਰੇ ਸਤਿਗੁਰੂ ਨੇ ਉਸ ਸਿੱਖ ਕੋਲੋਂ ਮਹਾਨ ਸੇਵਾ ਲਈ, ਕਿਉਂਕਿ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਉਹ ਇਤਿਹਾਸ ਸਾਡੇ ਜੀਵਨ ਵਿੱਚ ਬਹੁਤ ਘੱਟ ਸੁਣਨ ਵਾਸਤੇ ਆਉਂਦਾ ਹੈ। ਅੱਜ ਦਾ ਦੀਵਾਨ ਆਪਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਮਰਪਿਤ ਕਰੀਏ। ਸਤਿਗੁਰੂ ਆਪ ਕਿਰਪਾ ਕਰਨ 10ਵੇਂ ਪਾਤਸ਼ਾਹ ਆਪਣੇ ਸਿੱਖ ਦੀ ਕਥਾ ਆਪ ਕਰਵਾ ਲੈਣ। ਆਓ ਪਹਿਲਾਂ ਬਾਬਾ ਜੀ ਨੂੰ ਹੀ ਸਮਰਪਿਤ ਗੁਰੂ ਕੀ ਬਾਣੀ ਦੀਆਂ ਪਵਿੱਤਰ ਪੰਕਤੀਆਂ ਪੜ੍ਹੀਏ। ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ ਤੇ ਗੱਜ ਕੇ ਆਖੋ ਸੂਰਾ ਸੋ ਪਹਿਚਾਨੀਐ 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 ਸੂਰਾ ਪਹਿਚਾਨੀਐ ਸੂਰਾ ਸੋ ਪਹਿਚਾਨ ਜੋ ਲਰੈ ਦੀਨ ਕੇ ਹੇਤ 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 ਪੁਰਜਾ ਘਟ ਮਰੈ ਪੁਰਜਾ ਘਟ ਮਰੈ ਪੁਰਜਾ ਘਟ ਮਰੈ ਪੁਰਜਾ ਘਟ ਮਰੈ ਕਬਹੂ ਨਾ ਛਾੜੈ ਖੇਤ ਕਬਹੂ ਨਾ ਛਾੜੈ ਖੇਤ ਕਬਹੂ ਨਾ ਛਾੜੈ ਖੇਤ ਕਬਹੂ ਨਾ ਛਾੜੈ ਖੇਤ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ। ਆਮ ਬੈਰਾਗੀ ਤੋਂ ਸੂਰਬੀਰ ਬਣਨ ਦਾ ਇੱਕ ਸਫ਼ਰ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਜ਼ਿੰਦਗੀ ਵਿੱਚ। ਤਕਰੀਬਨ ਹਰ ਇੱਕ ਸਿੱਖ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਮੁੱਢਲੀ ਜਾਣਕਾਰੀ ਤੇ ਬਾਬਾ ਜੀ ਦੀ ਸ਼ਹਾਦਤ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਜੀ। ਸਾਡੇ ਕੋਲ ਇੰਨਾ ਵੀ ਸਮਾਂ ਨਹੀਂ ਹੈਗਾ ਜੀ
ਵੀ ਅਸੀਂ ਉਹਨਾਂ ਗੁਰੂ ਕੇ ਸਿੱਖਾਂ ਸ਼ਹੀਦਾਂ ਨੂੰ ਯਾਦ ਕਰ ਸਕੀਏ ਜੀ। ਹਾਂਜੀ, ਤੇ ਬਾਰ-ਬਾਰ ਆਪਾਂ ਉੱਚੀ ਉੱਚੀ ਕਹਿੰਦੇ ਜੀ ਪੰਥ ਦੀ ਚੜ੍ਹਦੀ ਕਲਾ, ਪੰਥ ਦੀ ਚੜ੍ਹਦੀ ਕਲਾ। ਇੰਨਾ ਤੇ ਸਮਾਂ ਸਾਡੇ ਕੋਲ ਨਹੀਂ ਹੈਗਾ ਵੀ ਅਸੀਂ ਉਹਨਾਂ ਸਿੱਖਾਂ ਨੂੰ ਸੁਣ ਹੀ ਲਈਏ ਜੀ, ਉਹਨਾਂ ਸਿੱਖਾਂ ਦਾ ਜੀਵਨ ਜਾਣ ਹੀ ਲਈਏ ਜੀ, ਉਹਨਾਂ ਦੀ ਕੁਰਬਾਨੀ ਜਾਣ ਹੀ ਲਈਏ ਤੇ ਪਤਾ ਲੱਗੇ ਵੀ ਉਹਨਾਂ ਗੁਰੂ ਕੇ ਸਿੱਖਾਂ ਦੇ ਸਰੀਰਾਂ ਦੇ ਅੰਦਰ ਗੁਰੂ ਦੀ ਬਖਸ਼ਿਸ਼ ਕਿਵੇਂ ਵਰਤਦੀ ਸੀਗੀ ਜੀ। ਪੁੰਛ ਦੇ ਵਿੱਚ ਬਾਬਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਜਨਮ ਹੁੰਦਾ ਹੈ। ਆਮ ਪਰਿਵਾਰ ਦੇ ਵਿੱਚ ਸਾਧ ਸੰਗਤ ਜੀ ਉਹਨਾਂ ਦਾ ਜਨਮ ਹੋਇਆ ਤੇ ਪਰਿਵਾਰ ਦੀ ਬਿਰਤੀ ਜਿਹੜੀ ਸੀਗੀ ਉਹ ਜ਼ਮੀਂਦਾਰਾਂ ਵਾਲੀ, ਭਾਵ ਖੁੱਲਾ ਛਕਣ ਛਕਾਉਣ ਵਾਲੀ। ਤੇ ਬਚਪਨ ਦੇ ਵਿੱਚ ਕੇਵਲ ਮੁੱਢਲੀ ਜਾਣਕਾਰੀ ਮੈਂ ਬਾਬਾ ਜੀ ਦੇ ਜੀਵਨ ਦੀ ਬੇਨਤੀ ਕਰ ਰਿਹਾ। ਗੁਰਮੁਖੋ, ਇੱਕ ਘਟਨਾ ਨੇ ਮਨ ਵਿੱਚ ਬੈਰਾਗ ਲੈ ਆਂਦਾ ਜੀ। ਬੈਰਾਗ ਤੇ ਸੀ ਸੱਚਾ ਜਿਹੜਾ ਉਹਨਾਂ ਦੀ ਜ਼ਿੰਦਗੀ 'ਚ ਆਇਆ। ਪਰ ਸਾਧ ਸੰਗਤ ਜੀ, ਉਸ ਬੈਰਾਗ ਤੋਂ ਬਾਅਦ ਜਿਹੜੀ ਡਾਇਰੈਕਸ਼ਨ ਸੀਗੀ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੂੰ ਬਹੁਤੀ ਵਧੀਆ ਨਾ ਦਿੱਤੀ ਗਈ ਜੀ। ਬਹੁਤ ਲੰਮੇ ਸਮੇਂ ਬਾਅਦ ਉਸ ਬੈਰਾਗ ਦੀ ਸ਼ਕਤੀ ਨੂੰ ਜਿਹੜੀ ਡਾਇਰੈਕਸ਼ਨ ਹੈ ਉਹ 10ਵੇਂ ਪਾਤਸ਼ਾਹ ਕਲਗੀਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਿੱਤੀ ਸੀਗੀ ਜੀ। ਉਹ ਕਿਵੇਂ? ਬਚਪਨ ਦੇ ਵਿੱਚ ਬੈਰਾਗ ਪੈਦਾ ਹੋ ਗਿਆ। ਸ਼ਿਕਾਰ ਖੇਡਣ ਦਾ ਸ਼ੌਂਕ ਰੱਖਦੇ ਹਨ। ਨਾਮ ਹੈ ਲਛਮਣ ਦਾਸ। ਤੇ ਸਾਧ ਸੰਗਤ ਜੀ, ਸ਼ਿਕਾਰ ਦਾ ਸ਼ੌਂਕ ਰੱਖਣ ਵਾਲੇ ਅੱਜ ਤੀਰ ਮਾਰਿਆ ਹਿਰਣੀ ਨੂੰ। ਤੇ ਜਦੋਂ ਨੇੜੇ ਗਏ ਤੇ ਸਾਧ ਸੰਗਤ ਜੀ ਵੇਖਿਆ ਉਸ ਹਿਰਣੀ ਦੇ ਪੇਟ ਵਿੱਚੋਂ ਉਹਦੇ 2 ਨਿੱਕੇ ਨਿੱਕੇ ਬੱਚੇ ਲਛਮਣ ਦਾਸ ਜੀ ਦੇ ਸਾਹਮਣੇ ਤੜਪ ਤੜਪ ਕੇ ਮਰ ਗਏ ਜੀ। ਬਸ ਉਥੋਂ ਮਨ 'ਚ ਬੈਰਾਗ ਪੈਦਾ ਹੋ ਗਿਆ। ਇਹ ਵੀ ਮੈਂ ਬੇਨਤੀ ਕਰਾਂ, ਹਰ ਇੱਕ ਬੰਦੇ ਦੇ ਜੀਵਨ ਵਿੱਚ, ਹਰ ਇੱਕ ਮਨੁੱਖ ਦੇ ਜੀਵਨ ਵਿੱਚ ਕੋਈ ਨਾ ਕੋਈ ਐਸੀ ਘਟਨਾ ਹੁੰਦੀ ਹੈ ਜਿਹੜੀ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ। ਇੱਕ ਆਹ ਘਟਨਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਦੀ। ਤੇ ਗੁਰਮੁਖੋ, ਇੱਕ ਉਹ ਭਾਗਾਂ ਵਾਲਾ ਦਿਨ ਸੀ ਜਦੋਂ ਪਹਿਲੀ ਵਾਰੀ ਸਤਿਗੁਰੂ ਕਲਗੀਆਂ ਵਾਲੇ ਦੇ ਦਰਸ਼ਨ ਕੀਤੇ ਸਨ ਉਹਨਾਂ ਨੇ ਜੀ। ਪਰ ਇਸ ਘਟਨਾ ਤੋਂ ਲੈ ਕੇ ਉਸ ਸੁਭਾਗੇ ਦਿਨ ਤੱਕ ਜ਼ਿੰਦਗੀ ਵਿੱਚ ਬਹੁਤ ਕੁਝ ਹੋਇਆ ਜੀ। ਬਸ ਤੀਰ ਤੋੜ ਦਿੱਤੇ, ਅੱਜ ਤੋਂ ਬਾਅਦ ਇਹ ਕਾਰਜ ਨਹੀਂ ਕਰਨਾ। ਕਿਹਨੂੰ ਪਤਾ ਸੀਗਾ ਜਿੰਨੇ ਤੀਰ ਤੋੜੇ ਨੇ ਕਲਗੀਆਂ ਵਾਲੇ ਸਤਿਗੁਰੂ ਨੇ ਆਪ 5 ਤੀਰ ਦੇ ਕੇ ਬਖਸ਼ਿਸ਼ਾਂ ਦੇ ਨਾਲ ਭੇਜਣਾ ਸੀਗਾ ਮੁੜ ਜੀ। ਮੈਂ ਸੰਖੇਪ ਵਿੱਚ ਬਾਬਾ ਜੀ ਦਾ ਜੀਵਨ ਬੇਨਤੀ ਕਰ ਰਿਹਾ। ਸਾਧ ਸੰਗਤ ਜੀ, ਬੈਰਾਗ ਪੈਦਾ ਹੋ ਗਿਆ। ਸਾਧੂਆਂ ਦੀਆਂ ਮੰਡਲੀਆਂ 'ਚ ਤੁਰਨਾ ਸ਼ੁਰੂ ਹੋ ਗਏ ਤੇ ਰਸਤਾ ਜਿਹੜਾ ਉਹਨਾਂ ਅਪਣਾਇਆ ਉਹ ਜੋਗ ਮਤ, ਵਾਹਿਗੁਰੂ ਸਮਾਧੀਆਂ ਲਾਉਣ ਵਾਲਾ ਤੇ ਫਿਰ ਚਲੀਸੇ ਕੱਟਣੇ, ਜਪ ਕਰਨਾ, ਥੋੜੀ ਬਹੁਤੀ ਜੀ ਸ਼ਕਤੀ ਆ ਗਈ, ਉਹਦੇ ਵਿੱਚ ਆਨੰਦ ਵਿੱਚ ਰਹਿਣ ਲੱਗ ਪਏ ਜੀ। ਇਹਨਾਂ ਕੁ ਜੀਵਨ ਜਿਹੜਾ ਸੀਗਾ ਸੰਨਿਆਸੀਆਂ, ਜੋਗੀਆਂ, ਮਹਾਤਮਾਵਾਂ ਦੇ ਨਾਲ ਰਹਿੰਦਿਆਂ ਰਹਿੰਦਿਆਂ ਬਤੀਤ ਹੋਣ ਲੱਗ ਪਿਆ। ਇੱਕ ਗੱਲ ਚੇਤਾ ਰੱਖੋ ਗੁਰਮੁਖੋ, ਜਦੋਂ ਜ਼ਿੰਦਗੀ ਵਿੱਚ ਗੁਰੂ ਸਾਹਿਬ ਦੇ ਮਿਲਾਪ ਦਾ ਸਮਾਂ ਲਿਖਿਆ ਹੁੰਦਾ, ਮਿਲਾਪ ਉਦੋਂ ਹੀ ਹੋਣਾ ਬੰਦੇ ਦਾ ਜੀ। ਹਾਂਜੀ, ਪਹਿਲਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਜੀਵਨ ਵਿੱਚ ਨਹੀਂ ਸੀ ਮਿਲਾਪ ਲਿਖਿਆ। ਜਦੋਂ ਮਿਲਾਪ ਹੋਣਾ ਸਾਧ ਸੰਗਤ ਜੀ ਉਦੋਂ ਹੀ ਹੋਣਾ ਜੀ। ਤੰਤਰਾਂ ਮੰਤਰਾਂ ਦਾ ਉਸ ਸਮੇਂ ਵਿੱਚ ਵੀ ਬਹੁਤ ਜ਼ੋਰ ਸੀਗਾ ਜੀ। ਪੁਰਾਤਨ ਹਿੰਦੂ ਗ੍ਰੰਥ ਨੇ ਨਾ ਜਿਹੜੇ, ਇਹਨਾਂ ਨੂੰ ਪੜ੍ਹੋ ਤੇ ਤੰਤਰਾਂ ਮੰਤਰਾਂ ਦਾ ਬਹੁਤ ਵੇਰਵਾ ਪ੍ਰਾਪਤ ਹੁੰਦਾ ਜੀ। ਉਹਨਾਂ ਗ੍ਰੰਥਾਂ ਵਿੱਚ ਨਾ ਤੰਤਰਾਂ ਮੰਤਰਾਂ ਦਾ ਵੇਰਵਾ ਪ੍ਰਾਪਤ ਹੁੰਦਾ। ਬਾਬਾ ਬੰਦਾ ਸਿੰਘ ਜੀ ਪਹਿਲਾਂ ਨਾਮ ਲਛਮਣ ਦਾਸ, ਫਿਰ ਨਾਮ ਦੱਸ ਲਿਆ ਮਾਧੋ ਦਾਸ। ਇਹ ਸਾਧੂਆਂ ਨੇ ਨਾਮ ਰੱਖਿਆ ਸੀਗਾ ਮਾਧੋ ਦਾਸ, ਤੇ ਆਪਣੇ ਨਾਮ ਦੇ ਨਾਲ ਇੱਕ ਸ਼ਬਦ ਲਾਤਾ ਬੈਰਾਗੀ। ਕਿਉਂ ਬੈਰਾਗੀ ਸਨ? ਤੇ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਔਗੜਨਾਥ ਦੀ ਸੰਗਤ ਹੋ ਗਈ। ਔਗੜਨਾਥ ਦਾ ਡੇਰਾ ਸੀਗਾ ਦੱਖਣ ਵਿੱਚ ਸਾਧ ਸੰਗਤ ਜੀ, ਜਿੱਥੇ ਬੰਦਾ ਘਾਟ ਗੁਰਦੁਆਰਾ ਅੱਜ ਬਣਿਆ ਹੋਇਆ ਜੀ। ਅਸਲ ਵਿੱਚ ਬੰਦਾ ਬਹਾਦਰ ਜੀ ਦਾ ਆਪਣਾ ਡੇਰਾ ਨਹੀਂ ਸੀ ਹੈਗਾ, ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਇਹ ਡੇਰਾ ਔਗੜਨਾਥ ਦਾ ਸੀਗਾ ਜੀ। ਔਗੜਨਾਥ ਹੈ ਜਿਹੜਾ, ਉਹ ਇਹਨਾਂ ਦਾ ਗੁਰੂ ਹੈ।
ਪਹਿਲਾਂ ਧਾਰਨ ਕੀਤਾ ਸੀਗਾ। ਔਗੜਨਾਥ ਨੇ ਮਨ ਇਕਾਗਰ ਕਰਕੇ ਤੰਤਰਾਂ ਮੰਤਰਾਂ ਦੀ ਸ਼ਕਤੀ ਇਕੱਠੀ ਕਰਨੀ ਸਿਖਾ ਦਿੱਤੀ ਜੀ। ਹੁਣ ਜਪ ਦੀ ਸ਼ਕਤੀ ਤੇ ਆ ਗਈ ਜੀ, ਪਰ ਨਾਲ ਇਹ ਵੀ ਗੱਲ ਪਾ ਦਿੱਤੀ ਵੀ ਦੂਜੇ ਬੰਦੇ ਦੀ ਬੇਇੱਜ਼ਤੀ ਕਿਵੇਂ ਕਰਨੀ ਹੈ ਜੀ। ਬਹੁਤ ਸਾਰੇ ਧਾਰਮਿਕ ਬੰਦਿਆਂ ਦੇ ਵਿੱਚ ਇਹ ਪ੍ਰਵਿਰਤੀ ਹੁੰਦੀ ਹੈ ਜੀ, ਭਲਾ ਘੱਟ ਸੋਚਣਾ ਤੇ ਦੂਜੇ ਦੀ ਬੇਇੱਜ਼ਤੀ ਜ਼ਿਆਦਾ ਕਰਨੀ ਜੀ। ਭਲਾ ਨਹੀਂ ਸੋਚਣਾ ਵੀ ਇਹਦਾ ਭਲਾ ਹੋਵੇ ਜੀ। ਬਸ ਇਹ ਮਨ ਵਿੱਚ ਇਹੋ ਜਿਹੀਆਂ ਗੱਲਾਂ ਭਰ ਦਿੱਤੀਆਂ ਜੀ। ਤੇ ਕਿੱਥੇ ਪੁੰਛ ਦੀ ਧਰਤੀ ਤੇ ਜਨਮ ਹੋਇਆ ਤੇ ਕਿਤੇ ਦੱਖਣ ਦੀ ਧਰਤੀ ਤੇ ਬੈਠ ਗਏ। ਵਿਦਵਾਨ ਗੁਰਮੁਖ ਪਿਆਰੇ ਦੱਸਦੇ ਵੀ ਲਗਾਤਾਰ 20 ਕੁ ਸਾਲ ਉਸ ਧਰਤੀ ਤੇ ਰਹੇ ਜੀ ਉਹ ਜੀ। ਬਾਬਾ ਬੰਦਾ ਸਿੰਘ ਜੀ ਬਹਾਦਰ ਸਾਧ ਸੰਗਤ ਜੀ ਮਾਧੋ ਦਾਸ ਬੈਰਾਗੀ ਦੇ ਰੂਪ ਵਿੱਚ ਬਸ ਚਾਰ ਦੀਵਾਲੀ ਬਣਾ ਲਈ ਤੇ ਕੁਝ ਆਪਣੇ ਚੇਲੇ ਬਣਾ ਲਏ ਤੇ ਉਸ ਜ਼ਿੰਦਗੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਮਸਤ ਹੋ ਗਏ ਜੀ। ਇਹੋ ਜੀ ਗੱਲ ਨਹੀਂ ਵੀ ਜੋ ਦੇਸ਼ ਵਿੱਚ ਉਸ ਸਮੇਂ ਵਰਤ ਰਿਹਾ ਸੀਗਾ ਉਹ ਬਾਬਾ ਜੀ ਨੂੰ ਪਤਾ ਨਹੀਂ ਹੋਏਗਾ। ਜੋ ਉਸ ਸਮੇਂ ਦੇਸ਼ ਵਿੱਚ ਵਰਤ ਰਿਹਾ ਸੀ ਉਹ ਪਤਾ ਹੋਏਗਾ ਬਾਬਾ ਜੀ ਨੂੰ ਜੀ। ਪਰ ਗੱਲ ਕੀ ਜੀ, ਉਹ ਅੰਦਰ ਗੱਲਾਂ ਹੀ ਇਹੋ ਜੀਆਂ ਭਰ ਦਿੱਤੀਆਂ ਗਈਆਂ ਸੀ ਵੀ ਉਹਨਾਂ ਹਾਲਾਤਾਂ ਦਾ ਬਾਬਾ ਬੰਦਾ ਸਿੰਘ ਜੀ ਦੇ ਉੱਤੇ ਬਹੁਤਾ ਅਸਰ ਨਹੀਂ ਸੀ ਹੁੰਦਾ ਜੀ। ਬਸ ਆਏ ਗਏ ਬੰਦੇ ਦੀ ਬੇਇੱਜ਼ਤੀ ਕਿਵੇਂ ਕਰਨੀ ਜੀ। ਇੱਕ ਪਲੰਗ ਰੱਖਿਆ ਹੋਣਾ ਜੀ, ਆਏ ਬੰਦੇ ਨੂੰ ਉਸ ਪਲੰਗੇ ਤੇ ਬਿਠਾਉਣਾ ਤੇ ਬਾਅਦ ਵਿੱਚ ਪਲੰਗਾ ਉਲਟਾ ਕਰ ਦੇਣਾ, ਮੁੱਦਾ ਆਪਣੇ ਤੰਤਰਾਂ ਦੀ ਸ਼ਕਤੀ ਦੇ ਨਾਲ, ਮੰਤਰਾਂ ਦੀ ਸ਼ਕਤੀ ਦੇ ਨਾਲ ਵਾਹਿਗੁਰੂ ਉਸ ਪਲੰਗੇ ਨੂੰ ਮੁੱਦਾ ਕਰ ਦੇਣਾ ਤੇ ਹੋਣਾ ਕੀ ਜੀ, ਉਸ ਆਏ ਹੋਏ ਬੰਦੇ ਨੇ ਧਰਤੀ ਤੇ ਪਟਕ ਕੇ ਡਿੱਗਣਾ ਤੇ ਉਹਦੀ ਬੇਇੱਜ਼ਤੀ ਕਰਕੇ ਖੁਸ਼ੀ ਪ੍ਰਾਪਤ ਹੁੰਦੀ ਸੀਗੀ ਜੀ। ਕਈ ਬੰਦਿਆਂ ਦੇ ਵਿੱਚ ਐਸਾ ਸੁਭਾਅ ਹੁੰਦਾ ਜੀ। ਪਰ ਸਾਧ ਸੰਗਤ ਜੀ ਤੰਤਰ ਮੰਤਰ ਪੂਰੇ ਅੱਗੇ ਨੀਚੇ ਚੱਲਦੇ। ਗੱਜ ਕੇ ਆਖੋ ਵਾਹਿਗੁਰੂ। ਹੋਰ ਗੱਜ ਕੇ ਆਖੋ ਵਾਹਿਗੁਰੂ। ਤੰਤਰ ਮੰਤਰ ਪੂਰੇ ਅੱਗੇ ਨੀਚੇ ਚੱਲਦੇ। ਤੇ ਮੈਂ ਬੇਨਤੀ ਕਰਾਂ, ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਹੋ ਗਏ, ਭਾਈ ਦਇਆ ਸਿੰਘ ਜੀ ਹੋ ਗਏ, ਭਾਈ ਧਰਮ ਸਿੰਘ ਜੀ ਹੋ ਗਏ, ਭਾਈ ਮਾਨ ਸਿੰਘ ਜੀ ਹੋ ਗਏ ਜਾਂ ਪੰਜ ਪਿਆਰੇ ਸਿੰਘ, ਇਹ 10ਵੇਂ ਪਾਤਸ਼ਾਹ ਦੀ ਇੱਕ ਟੀਮ ਸੀਗੀ ਜੀ ਬੜੀ ਵੱਡੀ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਤੇ ਇਹ ਵੀ ਬੇਨਤੀ ਹੈ, ਇਹ 10ਵੇਂ ਪਾਤਸ਼ਾਹ ਜੀ ਦੀ ਟੀਮ ਦਾ ਪੂਰਬਲਾ ਸੰਬੰਧ ਸੀਗਾ ਸਤਿਗੁਰੂ ਜੀ ਦੇ ਨਾਲ ਜੀ। ਜੋ ਇਹਨਾਂ ਦੇ ਜੀਵਨ ਇੱਕ ਇੱਕ ਸਿੱਖ ਜਿਨੇ 10ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਇੱਕ ਇੱਕ ਉਹ ਸਿੱਖ ਜਿਹੜਾ ਗੁਰੂ ਦਾ ਪਿਆਰਾ ਬਣਿਆ। ਜੇ ਉਹਨਾਂ ਦਾ ਜੀਵਨ ਵੇਖਣ ਲੱਗੀਏ ਤੇ ਉਹਨਾਂ ਦੇ ਜੀਵਨ ਵਿੱਚ ਪਲ ਪਲ ਵਿੱਚ ਮੇਰੇ ਸਤਿਗੁਰੂ ਦੀਆਂ ਰਹਿਮਤਾਂ ਝਲਕਦੀਆਂ ਜੀ। ਅੱਜ ਪੂਰੇ ਦੇ ਦਰਸ਼ਨ ਹੋਣੇ ਸੀਗੇ ਜੀ। ਇੱਕ ਉਹ ਘਟਨਾ ਸੀ ਜਿਸ ਦਿਨ ਬੱਚੇ ਮਰੇ ਵਾਹਿਗੁਰੂ ਹਿਰਣੀ ਦੇ ਤੇ ਹਿਰਣੀ ਮਰੀ। ਉਸ ਘਟਨਾ ਨੇ ਬੈਰਾਗੀ ਬਣਾਤਾ। ਅੱਜ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਣੇ ਨੇ ਤੇ ਉਸ ਘਟਨਾ ਨੇ ਸਾਧ ਸੰਗਤ ਜੀ, ਇਸ ਘਟਨਾ ਨੇ ਵਾਹਿਗੁਰੂ ਜਿਸ ਦਿਨ ਮਹਾਰਾਜ ਦੇ ਦਰਸ਼ਨ ਹੋਏ ਉਹਨੇ ਅੱਜ ਬੈਰਾਗੀ ਨੂੰ ਬਹਾਦਰ ਬਣਾ ਦੇਣਾ ਜੀ। ਬੈਰਾਗੀ ਬਹੁਤ ਸਾਰੇ ਮਾਫ ਕਰਿਓ ਡਰਾਕਲ ਵੀ ਹੁੰਦੇ ਜੀ, ਵੀ ਸਾਨੂੰ ਕੀ ਲੋੜ ਹੈਗੀ ਦੁਨੀਆ 'ਚ ਜੋ ਹੁੰਦਾ ਹੁੰਦਾ ਰਹੇ ਜੀ। ਬਸ ਇਹੋ ਗੱਲ ਹੈ, ਗੁਰੂ ਸਾਹਿਬ ਦੇ ਮਿਲਣ ਦੇ ਨਾਲ ਸਭ ਤੋਂ ਵੱਡੀ ਕਰਾਮਾਤ ਜਿਹੜੀ ਹੈ ਉਹ ਬੰਦੇ ਦਾ ਜੀਵਨ ਬਦਲ ਜਾਂਦਾ ਜੀ। ਮੁਰਦੇ ਨੂੰ ਜਿੰਦਾ ਕਰਨਾ ਇਹ ਕਰਾਮਾਤ ਤੇ ਪ੍ਰਚਲਿਤ ਹੈ ਹੀ ਹੈ, ਪਰ ਜਿਹੜਾ ਮੁਰਦਾ ਜਿੰਦਾ ਹੋ ਗਿਆ ਮਾਫ ਕਰਿਓ ਇੱਕ ਨਾ ਇੱਕ ਦਿਨ ਤੇ ਉਹਨੇ ਮਰਨਾ ਹੀ ਹੈ। ਸਭ ਤੋਂ ਵੱਡੀ ਕਰਾਮਾਤ ਇਹ ਹੁੰਦੀ ਹੈ ਸਾਖਤ ਪੁਰਸ਼ ਕਿਤੇ ਸਾਧੂ ਮਹਾਤਮਾ ਬਣ ਜੇ ਜੀ, ਜ਼ਿੰਦਗੀ ਵਿੱਚ ਪਲਟਾ ਜਾਣਾ। ਬਾਬਾ ਬੰਦਾ ਸਿੰਘ ਜੀ ਬਹਾਦਰ ਮਾਧੋ ਦਾਸ ਬੈਰਾਗੀ ਦੇ ਰੂਪ ਵਿੱਚ ਤੇ ਆਪ ਬਾਹਰ ਨੇ। ਮੇਰੇ ਸਤਿਗੁਰੂ ਉਹਦੀ ਚਾਰ ਦੀਵਾਰੀ ਦੇ ਅੰਦਰ ਜਿਹੜਾ ਪਲੰਗਾ ਡਾਇਆ ਸੀ ਨਾ, ਉਹਨੇ ਉਸ ਪਲੰਗੇ ਤੇ ਜਾ ਕੇ ਬੈਠੇ। ਉੱਥੇ ਬੈਠਿਆਂ ਹੀ ਕਿਸੇ ਨੇ ਦੱਸਤਾ ਵੀ ਕੋਈ ਆਇਆ ਜੇ ਪਲੰਗੇ ਤੇ। ਬਸ ਬੜੇ ਤੰਤਰ ਮੰਤਰ ਮਾਰੇ ਜੀ, ਪਰ ਪਲੰਗਾ ਪਲਟਿਆ ਨਾ ਜੀ। ਸਾਧ ਸੰਗਤ ਜੀ, ਮੈਂ ਪਹਿਲਾਂ ਬੇਨਤੀ ਕੀਤੀ, ਆ ਤੰਤਰ ਮੰਤਰ ਜਿਹੜੇ ਨੇ ਆਮ ਜੇ ਬੰਦੇ ਉੱਤੇ ਤੇ ਭਾਵੇਂ ਚੱਲ ਜਾਣ, ਪੂਰੇ ਗੁਰੂ ਦੇ ਅੱਗੇ ਕੱਖ ਵੀ ਨਹੀਂ ਹੈਗੇ ਜੀ। ਪੂਰਾ ਸਤਿਗੁਰੂ ਪੂਰਾ ਹੀ ਹੈ ਜੀ। ਗੱਲ ਕੀ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ ਮਾਧੋ ਦਾਸ ਜੀ ਦੇ ਰੂਪ ਦੇ ਵਿੱਚ
ਬੜੇ ਗੁੱਸੇ ਵਿੱਚ ਆਏ ਜੀ। ਬੜਾ ਸਾਰੇ ਤੰਤਰ ਮੰਤਰ ਤੇ ਫੇਲ ਹੋ ਗਏ ਜੀ ਉੱਥੋਂ। ਤੇ ਮਹਾਰਾਜ ਦੇ ਸਾਹਮਣੇ ਖਲੋ ਕੇ ਨਾ ਮਹਾਰਾਜ ਨੂੰ ਨਾਮ ਪੁੱਛਿਆ ਜੀ ਕਲਗੀਧਰ ਨੂੰ, ਕੌਣ ਹੋ ਤੁਸੀਂ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੀਆਂ ਅੰਦਰੋਂ ਆਪਣੇ ਆਪ ਨੂੰ ਪੁੱਛ ਵੀ ਮੈਂ ਕੌਣ ਆ। ਕਹਿਣ ਲੱਗੇ ਪਹਿਲਾਂ ਇੱਕ ਬੇਨਤੀ ਕੀਤੀ ਵੀ ਆ ਜਿੰਨੇ ਸਿੰਘ ਆਏ ਸਨ ਨਾ, ਇਹ 10ਵੇਂ ਪਾਤਸ਼ਾਹ ਤੋਂ ਟੀਮ ਲੈ ਕੇ ਆਏ ਸੀਗੇ ਜੀ। ਫਰਕ ਇਹ ਹੈ ਕੋਈ ਕਿਸੇ ਸਮੇਂ ਕਿਸੇ ਦਾ ਮਿਲਾਪ ਹੋਇਆ, ਕਿਸੇ ਦਾ ਕਿਸੇ ਸਮੇਂ ਮਿਲਾਪ ਹੋਇਆ, ਟੀਮ ਮਹਾਰਾਜ ਦੇ ਧੁਰੋਂ ਹੀ ਲੈ ਕੇ ਆਏ ਜੀ ਸਾਰੀ। ਮਹਾਰਾਜ ਕਹਿਣ ਲੱਗੇ ਮਾਧੋ ਦਾਸ ਇਹ ਤੂੰ ਖੁਦ ਵੇਖ ਵੀ ਮੈਂ ਕੌਣ ਆ। ਜਦੋਂ ਅੰਦਰ ਝਾਤੀ ਮਾਰੀ ਤੇ ਵੇਖਿਆ ਗੁਰੂ ਸਾਹਿਬ ਨੇ ਨਾਮ ਨਹੀਂ ਦੱਸਿਆ ਮਾਧੋ ਦਾਸ ਨੂੰ ਵੀ ਮੇਰਾ ਨਾਮ ਗੋਬਿੰਦ ਸਿੰਘ ਹੈ। ਇਤਿਹਾਸ ਹੈ ਇਸ ਗੱਲ ਦਾ ਗਵਾਹ ਕਿ ਮਾਧੋ ਦਾਸ ਨੇ ਆਪ ਆਖਿਆ ਸੀ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਹੋ। ਜ਼ਿੰਦਗੀ 'ਚ ਪਹਿਲੀ ਘਟਨਾ ਸੀ, ਜ਼ਿੰਦਗੀ ਦੀ ਪਹਿਲੀ ਘਟਨਾ ਜਦੋਂ ਪਹਿਲੀ ਵਾਰੀ ਮਹਾਰਾਜ ਦੇ ਦਰਸ਼ਨ ਹੋਏ ਜੀ। ਗੁਰੂ ਸਾਹਿਬ ਨੇ ਆਪਣਾ ਨਾਮ ਨਹੀਂ ਦੱਸਿਆ ਪਰ ਮਾਧੋ ਦਾਸ ਨੇ ਅੰਦਰ ਝਾਤੀ ਮਾਰ ਕੇ ਦੱਸ ਦਿੱਤਾ ਜੀ। ਕਹਿੰਦੇ ਨੇ ਉਹਨੂੰ ਵੀ ਕਿਸੇ ਨੇ ਕਿਹਾ ਸੀਗਾ ਮਾਧੋ ਦਾਸ ਜਿਹੜਾ ਤੇਰੇ ਤੋਂ ਉੱਤੇ ਆਏਗਾ ਉਹਦਾ ਨਾਮ ਗੋਬਿੰਦ ਸਿੰਘ ਹੋਏਗਾ ਜੀ। ਕਹਿਣ ਲੱਗੇ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਮਹਾਰਾਜ ਕਹਿਣ ਲੱਗੇ ਹਾਂ, ਪਰ ਤੂੰ ਕੌਣ ਹੈ? ਬਸ ਉਹ ਜਿਹੜਾ ਬੈਰਾਗ ਸੀ ਨਾ, ਬੈਰਾਗੀ ਡਰਾਕਲ ਬੈਰਾਗ ਜਿਹੜਾ ਸੀਗਾ ਸਾਧ ਸੰਗਤ ਜੀ, ਉਹ ਉੱਡ ਪੁੱਡ ਗਿਆ ਤੇ ਹੱਥ ਜੋੜ ਕੇ ਸਤਿਗੁਰੂ ਦੇ ਅੱਗੇ ਕਹਿਣ ਲੱਗੇ ਮਹਾਰਾਜ ਮੈਂ ਬੰਦਾ ਹਾਂ। ਮਹਾਰਾਜ ਕਹਿੰਦੇ ਕਿਹਦਾ ਬੰਦਾ ਹੈ? ਮਹਾਰਾਜ ਤੁਹਾਡਾ ਬੰਦਾ ਹਾਂ। ਗੁਰਮੁਖੋ ਉਸ ਦਿਨ ਘਟਨਾ ਵਰਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਜੇ ਤੂੰ ਸਾਡਾ ਬੰਦਾ ਹੈ ਨਾ, ਇੱਥੇ ਕਿਸੇ ਨੂੰ ਪਲੰਗੇ ਤੇ ਬਿਠਾ ਕੇ ਤੇ ਪਲੰਗਾ ਉਲਟਾ ਦੇਣਾ। ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਹੁਣ ਪਲੰਗੇ ਨਹੀਂ ਉਲਟਾਉਣੇ, ਹੁਣ ਅਸੀਂ ਤੇਰੇ ਕੋਲੋਂ ਤਖਤ ਉਲਟਵਾਉਣਾ। ਕਹਿਣ ਲੱਗੇ ਹੁਣ ਤਖਤ ਉਲਟਾਏਗਾ ਤੂੰ। ਭਾਵ ਸਾਧ ਸੰਗਤ ਜੀ, ਸਤਿਗੁਰੂ ਨੇ ਕਿਹਾ ਸ਼ਕਤੀ ਤੇ ਤੂੰ ਬੜੀ ਇਕੱਠੀ ਕਰ ਲਈ ਪਰ ਆਪਣੇ ਚੇਲਿਆਂ ਉੱਤੇ ਹੀ ਜ਼ੋਰ ਵਿਖਾਈ ਜਾਂਦਾ। ਜੇ ਸ਼ਕਤੀ ਵਿਖਾਉਣੀ ਹੈ ਉਹਨਾਂ ਤੇ ਜਾ ਕੇ ਵਿਖਾ। ਕਹਿਣ ਲੱਗੇ ਜਿਹੜੇ ਆਮ ਗਰੀਬ ਲੋਕਾਂ ਨੂੰ ਤੰਗ ਕਰ ਰਹੇ ਨੇ। ਦੱਸਿਆ ਗਿਆ ਵੀ ਪੀਰ ਬੁੱਧੂ ਸ਼ਾਹ ਨੂੰ ਕਿਵੇਂ ਜ਼ਮੀਨ ਵਿੱਚ ਨੱਪ ਕੇ ਕੁੱਤਿਆਂ ਦੇ ਕੋਲੋਂ ਪੀਰ ਜੀ ਦੇ ਸਰੀਰ ਦੀ ਬੇਅਦਬੀ ਕਰਾਈ ਸੀ। ਬਸ ਮਹਾਰਾਜ ਨੇ ਬਚਨ ਹੀ ਐਸੇ ਕੀਤੇ ਜੀ, ਅੰਦਰ ਬਹਾਦਰੀ ਭਰ ਦਿੱਤੀ ਜੀ। ਗੁਰਮੁਖੋ ਝੁੱਕ ਕੇ ਮਹਾਰਾਜ ਦੇ ਚਰਨਾਂ 'ਚ ਫਿਰ ਬੇਨਤੀ ਮੈਂ ਕਰਨ ਲੱਗਾ, ਇਸ ਗੱਲ ਨੂੰ ਕਦੀ ਨਾ ਭੁੱਲਿਓ, ਇਹ ਮਹਾਰਾਜ ਦੀ ਆਪਣੀ ਸਾਰੀ ਟੀਮ ਸੀਗੀ ਜੀ ਇੱਕ ਜੀ। ਬਸ ਝੁੱਕ ਕੇ ਮਹਾਰਾਜ ਦੇ ਚਰਨਾਂ 'ਚ ਸਤਿਗੁਰੂ ਨੇ ਉੱਥੇ ਫਿਰ ਅੰਮ੍ਰਿਤ ਛਕਾ ਕੇ ਤੇ ਨਾਮ ਗੁਰਬਖਸ਼ ਸਿੰਘ ਰੱਖਿਆ ਸੀਗਾ ਜੀ ਇਹਨਾਂ ਦਾ ਜੀ। ਬੰਦਾ ਸਿੰਘ ਬਹਾਦਰ ਜਦੋਂ ਇਹ ਆਖਿਆ ਨਾ ਵੀ ਮੈਂ ਤੁਹਾਡਾ ਬੰਦਾ ਹਾਂ ਤੇ ਬਾਅਦ ਵਿੱਚ ਸਾਰੇ ਬੰਦਾ ਸਿੰਘ ਕਹਿਣ ਲੱਗ ਪਏ ਤੇ ਬਹਾਦਰੀ ਲਕਬ ਦਿੱਤਾ ਸੀਗਾ ਜੀ। ਸਤਿਗੁਰੂ ਨੇ 5 ਤੀਰ ਦੇ ਕੇ ਭੇਜਿਆ ਜੀ ਤੇ 5 ਸਿੰਘ ਦੇ ਕੇ ਭੇਜੇ ਜੀ। ਸਾਰੇ ਹਾਲਾਤ ਦੱਸੇ। ਕੁਝ ਸਮਾਂ ਮਹਾਰਾਜ ਨੇ ਇਸ ਬੰਦਾ ਸਿੰਘ ਜੀ ਬਹਾਦਰ ਨੂੰ ਨੰਦੇੜ ਦੀ ਧਰਤੀ ਤੇ ਰੱਖ ਕੇ ਇਹਨਾਂ ਦੇ ਸਰੀਰ ਦੇ ਅੰਦਰ ਰਹਿਮਤਾਂ ਭਰ ਦਿੱਤੀਆਂ ਜੀ। ਇੱਕ ਗੱਲ ਚੇਤਾ ਰੱਖੋ, ਜਿਹੜਾ ਸਤਿਗੁਰੂ ਜੀ ਦੇ ਕੋਲ ਰਹਿ ਕੇ ਸੇਵਾ ਕਰਦਾ ਹੈ, ਸਤਿਗੁਰੂ ਜੀ ਦਾ ਹੁਕਮ ਮੰਨਦਾ ਹੈ, ਸਾਧ ਸੰਗਤ ਜੀ ਸਤਿਗੁਰੂ ਕਿਰਪਾ ਕਰਕੇ ਫਿਰ ਉਸ ਸਿੱਖ ਦੇ ਸਰੀਰ ਦੇ ਅੰਦਰ ਵੀ ਰਹਿਮਤਾਂ ਭਰ ਦਿੰਦੇ ਜੀ। ਆਖਰ ਇੰਨਾ ਵੱਡਾ ਖਾਲਸਾ ਰਾਜ ਕਾਇਮ ਕਰਨਾ ਜੀ ਮਹਾਰਾਜ ਨੇ ਕੋਲ ਰੱਖਿਆ। ਹਰ ਰੋਜ਼ ਬਚਨ ਸੁਣਾਉਣੇ ਤੇ ਕਰਦਿਆਂ ਕਰਦਿਆਂ ਸ਼ਕਤੀ ਭਰ ਗਈ ਅੰਦਰ। ਰਹਿਮਤਾਂ ਗੁਰੂ ਸਾਹਿਬ ਨੇ ਟਿਕਾ ਦਿੱਤੀਆਂ ਤੇ ਮੇਰੇ ਸਤਿਗੁਰੂ ਨੇ 5 ਤੀਰ ਦੇ ਕੇ ਭੇਜੇ ਸੀ। 5 ਤੀਰ ਦੇ ਕੇ ਆਖਿਆ ਸੀ ਬੰਦਾ ਸਿੰਘ ਇਹ 5 ਤੀਰ ਉਦੋਂ ਚਲਾਉਣੇ ਨੇ ਜਦੋਂ ਬਹੁਤ ਜ਼ਿਆਦਾ ਕਿਤੇ ਅੜਿਆ ਹੋਏ ਸੀ।
ਇਹ ਸਾਡੇ ਦਿੱਤੇ ਹੋਏ ਤੀਰ ਉਰੋਂ ਚਲਾਉਣੇ ਨੇ। ਤੇ ਬਾਕੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਮਹਾਰਾਜ ਦਾ ਦਿੱਤਾ ਹੋਇਆ ਇੱਕ ਤੀਰ ਇੱਕ ਦਿਨ ਚਲਾਇਆ ਵੀ ਸੀਗਾ ਸੰਗਤ ਜੀ। ਉਰੋਂ ਚਲਾਇਆ ਸੀਗਾ ਜਦੋਂ ਫੌਜ ਬਹੁਤੀ ਜ਼ਿਆਦਾ ਪ੍ਰੈਸ਼ਰ ਪੈ ਗਿਆ ਸੀਗਾ ਜੀ। ਉਦੋਂ ਕਲਗੀਆਂ ਵਾਲੇ ਸਤਿਗੁਰੂ ਦਾ ਬਖਸ਼ਿਆ ਹੋਇਆ ਤੀਰ ਕੱਢ ਕੇ ਚਲਾਇਆ ਸੀ। ਤੇ ਜਦੋਂ ਤੀਰ ਚਲਾਇਆ ਸੀ ਨਾ, ਉਸ ਤੀਰ ਨੇ ਸਾਧ ਸੰਗਤ ਜੀ ਸਾਰਾ ਪਾਸਾ ਹੀ ਬਦਲ ਕੇ ਰੱਖਤਾ ਸੀ ਜੰਗ ਦਾ ਜੀ। ਮਤਲਬ ਗੁਰੂ ਸਾਹਿਬ ਦੇ ਇੱਕ ਤੀਰ ਵਿੱਚ ਵੀ ਇੰਨੀ ਸ਼ਕਤੀ ਹੈਗੀ ਜੀ। ਮਹਾਰਾਜ ਨੇ 5 ਤੀਰ ਦੇ ਕੇ ਭੇਜੇ ਤੇ ਭਾਈ ਵਿਨੋਦ ਸਿੰਘ ਹੁਣੀ 5 ਸਿੰਘ ਦੇ ਕੇ ਭੇਜੇ। ਆਖਿਆ ਬੰਦਾ ਸਿੰਘ ਕਰਨੀ ਦੀ ਸਜ਼ਾ ਦੇਣੀ, ਕਰਨੀ ਦੀ ਸਜ਼ਾ। ਗੁਰੂ ਘਰ ਦੇ ਵਿੱਚ ਬਦਲਾ ਲੈਣਾ ਗੁਰੂ ਘਰ ਦਾ ਸਿਧਾਂਤ ਨਹੀਂ ਹੈਗਾ। ਗੱਜ ਕੇ ਸਾਰੇ ਆਖੋ ਵਾਹਿਗੁਰੂ। ਆਪਾਂ ਕਹਿ ਤਾਂ ਦਿੰਨੇ ਆ ਵੀ ਬਦਲਾ ਲੈਣ ਭੇਜਿਆ, ਬਿਲਕੁਲ ਨਹੀਂ। ਬਦਲਾ ਲੈਣਾ ਗੁਰੂ ਘਰ ਦਾ ਸਿਧਾਂਤ ਨਹੀਂ ਹੈ। ਜੇ ਬਦਲਾ ਲੈਣਾ ਹੁੰਦਾ ਨਾ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਵਜ਼ੀਰ ਖਾਨ ਨੂੰ ਵੀ ਮਾਰਦੇ ਤੇ ਉਹਦੇ ਪੁੱਤਰ ਨੂੰ ਵੀ ਮਾਰਦੇ ਜੀ। ਕਿਉਂਕਿ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਇਆ ਸੀ, ਪਰ ਬਾਬਾ ਜੀ ਨੇ ਉਹਦੇ ਪੁੱਤਰ ਨੂੰ ਨਹੀਂ ਸੀ ਮਰਵਾਇਆ, ਨਾ ਮਾਰਿਆ ਆਪ ਸੀ। ਬਦਲਾ ਲੈਣ ਲਈ ਨਹੀਂ ਭੇਜਿਆ, ਕਰਨੀ ਦੀ ਸਜ਼ਾ ਦੇਣ ਭੇਜਣਾ ਸੀ ਤੇ ਖਾਲਸਾ ਰਾਜ ਕਾਇਮ ਕਰਨਾ ਸੀਗਾ ਜੀ। ਕਰਨੀ ਦੀ ਸਜ਼ਾ ਦੇਣ ਲਈ ਮਹਾਰਾਜ ਕਹਿਣ ਲੱਗੇ ਇਹਨਾਂ ਦੇ ਕੀਤਿਆਂ ਦੀ ਸਜ਼ਾ ਦੇਣ ਜਾਣਾ। ਹੁਣ ਵੇਖੋ ਇੰਨੀ ਵੱਡੀ ਹਕੂਮਤ ਨਾਲ ਟੱਕਰ ਲਾਉਣ ਲਈ ਗੁਰੂ ਸਾਹਿਬ ਭੇਜ ਰਹੇ ਸਨ ਤੇ ਕੀ ਇੱਕ 5 ਤੀਰ ਤੇ 5 ਸਿੱਖ ਦੇਤੇ ਤੇ ਗੁਰਮੁਖ 5 ਸਿੰਘ ਦਿੱਤੇ ਵਾਹਿਗੁਰੂ। ਤੇ ਤੁਸੀਂ ਖੁਦ ਸੋਚੋ ਬੰਦਾ ਸਿੰਘ ਬਹਾਦਰ ਜੀ ਨੂੰ ਸਤਿਗੁਰੂ ਦੇ ਬਚਨਾਂ ਤੇ ਕਿੰਨਾ ਭਰੋਸਾ ਹੋਏਗਾ ਜਿਹੜਾ ਉੱਥੋਂ ਤੁਰ ਪਏ ਦੱਖਣ ਤੋਂ ਜੀ। ਮਹਾਰਾਜ ਨੇ ਕਿਹਾ ਸੀ ਜਿਹੜੇ ਪਾਸੇ ਤੁਰੋਗੇ ਉਸੇ ਪਾਸੇ ਸਿੱਖ ਆਪੇ ਹੀ ਤੁਹਾਡੇ ਕੋਲ ਪਹੁੰਚਣਾ ਸ਼ੁਰੂ ਹੋ ਜਾਣਗੇ ਜੀ। ਤੇ ਗੁਰਮੁਖੋ ਇੱਕ ਗੱਲ ਚੇਤਾ ਰੱਖਿਓ, ਜਦੋਂ ਸਿੱਖ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਤੁਰਦਾ ਹੈ, ਸੱਚੀ ਗੱਲ ਇਹ ਹੈ ਉਹਦੇ ਵਿੱਚ ਗੁਰੂ ਸਾਹਿਬ ਦੀ ਸ਼ਕਤੀ ਵਰਤਦੀ ਹੈ। ਭਾਵੇਂ ਬੰਦਾ ਮੰਨੇ ਜਾਂ ਨਾ ਮੰਨੇ, ਜਿਹਦੇ ਤੇ ਗੁਰੂ ਸਾਹਿਬ ਦਾ ਹੱਥ ਹੋ ਗਿਆ ਨਾ, ਉਹਦੇ ਅੰਦਰ ਫਿਰ ਗੁਰੂ ਕੀ ਸ਼ਕਤੀ ਵਰਤਦੀ ਹੈ ਸਾਧ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਆਖਿਆ ਬੰਦਾ ਸਿੰਘ ਜੀ ਨੂੰ ਵੀ ਬੰਦਾ ਸਿੰਘ ਸਰਹੰਦ ਬਾਅਦ ਹੋ ਜਾਣਾ, ਇੱਕ ਕੰਮ ਪਹਿਲਾਂ ਕਰਨਾ। ਮਹਾਰਾਜ ਦੱਸੋ। ਮਹਾਰਾਜ ਕਹਿਣ ਲੱਗੇ ਬੰਦਾ ਸਿੰਘ ਸਾਡੇ ਨਾਲ ਪਿਆਰ ਕਰਨ ਵਾਲਾ ਸਾਡਾ ਦੋਸਤ ਬਣਿਆ ਹੋਇਆ ਸੀਗਾ ਪੀਰ ਬੁੱਧੂ ਸ਼ਾਹ, ਉਹਨੇ ਸਾਡੇ ਨਾਲ ਯਾਰੀ ਨਿਭਾਈ। ਕਹਿਣ ਲੱਗੇ ਇਹ ਤੇ ਗੁਰੂ ਸਾਹਿਬ ਦੀ ਮਰਜ਼ੀ ਸੀ ਮਹਾਰਾਜ ਨੇ ਕਿਹੜੇ ਸ਼ਬਦ ਵਰਤੇ, ਆਮ ਪ੍ਰਚਲਿਤ ਨੇ। ਤੇ ਦੁਸ਼ਟਾਂ ਨੇ ਉਹਦੇ ਪੁੱਤਰ ਵੀ ਮਾਰੇ, ਉਹਦੇ ਮੁਰੀਦ ਵੀ, ਤੇ ਪੀਰ ਜੀ ਨੂੰ ਜ਼ਮੀਨ ਵਿੱਚ ਗੱਡ ਕੇ ਉਹਨਾਂ ਦੇ ਸਰੀਰ ਦੀ ਬੇਅਦਬੀ ਕੀਤੀ ਸੀਗੀ ਜੀ। ਸਢੌਰੇ ਦੇ ਵਿੱਚ ਜੀ ਉਹਨਾਂ ਦੇ ਇਲਾਕੇ ਵਿੱਚ ਜਾ ਕੇ ਸਤਿਗੁਰੂ ਕਹਿਣ ਲੱਗੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਕਰਨੀ ਦੀ ਸਜ਼ਾ ਬਾਅਦ ਵਿੱਚ ਦੇਣੀ ਹੈ। ਪਹਿਲਾਂ ਜਿਹੜੇ ਪੀਰ ਜੀ ਦੇ ਨਾਲ ਅਨਿਆਂ ਹੋਇਆ ਨਾ, ਪਹਿਲਾਂ ਉਸ ਥਾਂ ਤੇ ਜਾਣਾ ਜੀ। ਕਿਉਂਕਿ ਸਾਧ ਸੰਗਤ ਜੀ ਸਤਿਗੁਰੂ ਪਿਆਰ ਵੀ ਪਾਲਦੇ ਨੇ। ਜੇ ਪੀਰ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਪਿਆਰ ਕੀਤਾ ਤੇ ਅੱਜ ਸਤਿਗੁਰੂ ਵੀ ਆਪਣਾ ਜਰਨੈਲ ਭੇਜ ਰਹੇ ਨੇ ਜੀ। ਗੁਰਮੁਖੋ 5 ਸਿੰਘ ਤੇ 5 ਤੀਰ ਇਹ ਲੈ ਕੇ ਬਾਬਾ ਜੀ ਤੁਰੇ ਤੇ 5 ਸਿੰਘਾਂ ਦੀ ਕਿਰਪਾ ਤੇ ਗੁਰੂ ਸਾਹਿਬ ਦੇ ਦਿੱਤੇ 5 ਤੀਰਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਖਾਲਸਾ ਰਾਜ ਕਾਇਮ ਕੀਤਾ ਜੀ। ਫਿਰਦੀ ਸਢੌਰੇ ਦੇ ਵਿੱਚ ਗਏ। ਇੱਥੇ ਫਿਰ ਪਹਿਲਾਂ ਪੀਰ ਜੀ ਦੇ ਨਾਲ ਜਿੰਨਾ ਕੁਕਰਮ ਕੀਤਾ ਸੀ ਨਾ, ਉਹਨਾਂ ਬੰਦਿਆਂ ਨੂੰ ਚੁਣ ਚੁਣ ਕੇ ਬਾਹਰ ਲਿਆ ਕੇ ਸਜ਼ਾ ਦਿੱਤੀ। ਤੇ ਸਜ਼ਾ ਕੀ ਦਿੱਤੀ ਜੀ? ਵੇਖਦਿਆਂ ਸਾਰ ਸਾਹਮਣੇ ਬੰਦਾ ਖਿਲਾਰ ਕੇ ਉਹਨੂੰ ਮਾਰਨਾ ਹੁੰਦਾ ਸੀਗਾ ਜੀ। ਇਹ ਸਜ਼ਾ ਸੀਗੀ ਜੀ। ਬਸ ਹੁਕਮਨਾਮੇ ਲਿਖੇ, ਚਿੱਠੀਆਂ ਲਿਖੀਆਂ ਮਹਾਰਾਜ ਦੇ ਸਿੰਘਾਂ ਨੂੰ ਜਿਹੜੇ ਪੰਜਾਬ 'ਚ ਵਸ ਰਹੇ ਸੀਗੇ। ਹੁਣ ਉਹਨਾਂ ਨੂੰ ਪ੍ਰੇਰਨਾ ਕੌਣ ਦੇ ਰਿਹਾ ਜੀ ਪਿੱਛੋਂ? ਉਹ ਪ੍ਰੇਰਨਾ ਕਲਗੀਧਰ ਜੀ ਦੀ ਹੈ। ਸਾਧ ਸੰਗਤ ਜੀ ਪਤਾ ਹੀ ਨਹੀਂ ਲੱਗਾ ਵੀ ਫੌਜਾਂ ਕਿੱਥੋਂ ਆਈਆਂ।
ਬਸ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਭਾਵਕ ਭਰੀ ਚਿੱਠੀ